ਤੇ ਵਸਮਾਦ ਵੀ ਜੇ ਬੰਦੇ ਨੂੰ ਆਨੰਦ ਹੀ ਨਹੀਂ, ਸੰਤੁਸ਼ਟੀ ਨਹੀਂ, ਤੇ ਤਰੱਕੀ ਕਾਹਦੀ ਆ ਤੇ ਜੀਵਨ ਕਾਹਦਾ ਆ। ਮੈਂ ਇੱਕ ਹੋਰ ਬੱਚਿਆਂ ਨੂੰ ਇੰਟਰਸਟਿੰਗ ਗੱਲ ਚੰਗੀ ਲੱਗੇਗੀ, ਜਦੋਂ ਗ੍ਰੀਨ ਰੈਵੋਲਿਊਸ਼ਨ ਪੰਜਾਬ 'ਚ ਬੜਾ ਸਫਲਤਾ ਨਾਲ ਚਾਲੂ ਹੋਇਆ ਤੇ ਇੱਕ ਟੀਮ ਆਈ, ਉਹਨਾਂ ਸੋਚਿਆ ਵੀ ਪੰਜਾਬ 'ਚ ਬੜਾ ਕਾਮਯਾਬ ਹੈ, ਹਰਿਆਣਾ ਨਹੀਂ ਉਵੇਂ ਚੱਲਿਆ। ਉਹ ਟੀਮ ਗਈ, ਇੱਕ ਜਾਟ ਟਾਹਲੀ ਥੱਲੇ ਸੁੱਤਾ ਸੀ, ਉਹਨੂੰ ਜਾ ਕੇ ਆਂਦੇ ਵੀ ਤੁਹਾਡੀ ਆ ਪੈਲੀ ਸਾਰੀ ਖਾਲੀ ਪਈ ਆ, ਤੁਸੀਂ ਆਰਾਮ ਨਾਲ ਸੁੱਤੇ ਹੋ, ਅਤੇ ਫਸਲਾਂ ਤਾਂ ਸਾਲ 'ਚ 2 ਹੋ ਸਕਦੀਆਂ, 3 ਹੋ ਸਕਦੀਆਂ। ਉਹ ਉੱਠ ਕੇ ਬਹਿ ਗਿਆ, ਆਂਦਾ ਫਿਰ ਕੀ ਹੋਏਗਾ? ਆਂਦਾ ਤੁਹਾਡੀਆਂ 2 ਫਸਲਾਂ ਹੋਣਗੀਆਂ, 3 ਫਸਲਾਂ ਹੋਣਗੀਆਂ, ਤੁਸੀਂ ਕੋਠੀ ਪਾ ਲਓਗੇ। ਉਹਦਾ ਫਿਰ ਕੀ ਹੋਏਗਾ? ਉਹਦਾ ਤੁਸੀਂ ਕੋਠੀ 'ਚ ਰਹੋਗੇ ਆਰਾਮ ਨਾਲ। ਹੁਣ ਵੇਖੋ ਦਰਖਤ ਥੱਲੇ ਸੁੱਤੇ, ਉੱਤੇ ਪਤਾ ਨਹੀਂ ਜਾਨਵਰ ਪਤਾ ਨਹੀਂ ਵਿੱਠ ਕਰ ਜੇ, ਕੀ ਹਨੇਰੀ ਆ ਜੇ, ਮੀਂਹ ਆ ਜੇ, ਅਤੇ ਉਹਦਾ ਫਿਰ ਕੀ ਹੋਏਗਾ? ਰਾਮ ਦੀ ਜ਼ਿੰਦਗੀ ਜਗਾਓਗੇ, ਤੁਹਾਡੇ ਕੋਲ ਮੋਟਰ ਕਾਰ ਆ ਜਾਏਗੀ। ਅਤੇ ਉਹ ਜਾਟ ਫਿਰ ਚਾਦਰ ਲੈ ਕੇ ਸੌਂ ਪਿਆ ਵੀ ਰਾਮ ਦੀ ਜ਼ਿੰਦਗੀ ਤਾਂ ਮੈਂ ਜੀ ਰਿਹਾ ਪਹਿਲਾਂ, ਤੂੰ ਮੈਨੂੰ ਕਿਹੜੇ ਚੱਕਰ 'ਚ ਪਾ ਰਿਹਾ? ਅਤੇ ਅੱਜ ਸਾਰਾ ਪੰਜਾਬ, ਸਾਰਾ ਗ੍ਰੀਨ ਰੈਵੋਲਿਊਸ਼ਨ, ਸਾਰਾ ਸਾਡਾ ਮਾਸ਼ਰਾ ਉਸ ਗ੍ਰੀਨ ਰੈਵੋਲਿਊਸ਼ਨ ਤੋਂ ਭੱਜ ਗਿਆ। ਅੱਜ ਅਸੀਂ ਬਾਜ਼ਾਰ ਵੀ ਲੱਗਦੇ ਆ, ਅਸੀਂ ਆਨੇ ਆ ਵੀ ਸਾਨੂੰ ਔਰਗੈਨਿਕ ਚੀਜ਼ ਮਿਲੇ ਖਾਣ ਨੂੰ। ਤਰੱਕੀ ਦੇ ਕਿਹੜੇ ਮਾਡਲ ਸੀ ਸਾਡੇ, ਉਹਨਾਂ ਸਾਨੂੰ ਕਿੱਥੇ ਖੜਾ ਕਰਤਾ? ਕੀ ਪਾਣੀ ਦਾ ਸੰਕਟ, ਕੀ ਵਾਤਾਵਰਨ, ਕੀ ਹਵਾ ਦਾ। ਦਿੱਲੀ ਕਿਸੇ ਰਿਸ਼ਤੇਦਾਰ ਨੂੰ ਪੁੱਛ ਲਓ, ਜਰੀ ਕੁਝ ਹੋ ਜੇ ਡਾਕਟਰਾਂ ਦਾ ਮਾਸਕ ਲਾਓ, ਅੰਦਰ ਨਾ ਮੂੰਹ ਢੱਕ ਕੇ ਰੱਖੋ, ਨਹੀਂ ਤਾਂ ਤੁਹਾਡੀ ਬਿਮਾਰੀ ਨਹੀਂ ਜਾਣੀ। ਇੰਨਾ ਵਾਤਾਵਰਨ ਅਸੀਂ ਖਰਾਬ ਕਰ ਦਿੱਤਾ। ਚਲੋ ਗੱਲ ਫਿਰ ਉੱਥੇ ਹੀ ਆ, ਜੇ ਗੁਰੂ ਸਾਹਿਬ ਹਰ ਉਸ ਸਥਾਨ 'ਤੇ ਗਏ। ਸਾਡੇ ਕਈ ਵਾਰੀ ਅੱਜ ਕੱਲ੍ਹ ਨਾ ਬੁੱਧੀਜੀਵੀ ਸਿੱਖ ਧਰਮ ਚਾਹੁੰਦੇ ਆ ਗੱਲ ਨਾ ਥੋੜ੍ਹੀ ਇਸ ਤਰ੍ਹਾਂ ਨਹੀਂ ਕਰਨੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਤੇ ਉੱਧਰੋਂ ਹੀ ਨਾ ਬੁਲਾਵਾ ਹੋਰ ਹੀ ਨਾ ਆ ਜੇ। ਪਰ ਗੁਰੂ ਸਾਹਿਬ ਨੇ ਹਰ ਉਸ ਧਾਰਮਿਕ ਡੇਰੇ ਨੂੰ, ਵੱਡੇ ਨੂੰ, ਗਿਆਨ ਦੇ ਕੇਂਦਰ ਨੂੰ ਦੇ ਵਿੱਚ ਗਏ ਔਰ ਉਹਦੇ ਨਾਲ ਸੰਵਾਦ ਰਚਾਇਆ ਔਰ ਉਹਨੂੰ ਚੈਲੰਜ ਕੀਤਾ। ਜੇ ਮੱਕੇ ਦੀ ਗੱਲ ਜਿਹੜੀ ਸਾਖੀ ਦੀ ਆ ਵੀ ਗੁਰੂ ਸਾਹਿਬ ਮੱਕੇ ਵੱਲ ਪੈਰ ਕਰਕੇ ਸੌਂ ਗਏ ਅਤੇ ਉਹਨਾਂ ਕਾਜ਼ੀਆਂ ਰੌਲਾ ਪਾਤਾ ਵੀ ਤੁਸੀਂ ਇਹ ਕੀ ਕਰਤਾ, ਇੱਧਰ ਤੇ ਖੁਦਾ ਆ ਸਾਡਾ, ਅੱਲਾ ਆ। ਅਤੇ ਗੁਰੂ ਸਾਹਿਬ ਕਿਹਾ ਵੀ ਅੱਲਾ ਜਿੱਧਰ ਨਹੀਂ ਉੱਧਰ ਪੈਰ ਕਰ ਦਿਓ। ਅਤੇ ਸਾਖੀਕਾਰ ਤਾਂ ਕਹਿੰਦਾ ਵੀ ਗੁਰੂ ਸਾਹਿਬ ਦੇ ਜਿੱਧਰ ਪੈਰ ਕਰਤੇ ਅੱਲਾ ਉੱਧਰ ਹੋ ਗਿਆ। ਪੁੱਤਰ ਮੱਕਾ ਫਿਰਿਆ ਇੱਕ ਨਹੀਂ, ਪਰ ਬਾਬਾ ਜੀ ਦੀ ਗੱਲ ਕਹਿਣ ਨਾਲ ਕਾਜੀ ਦਾ ਸਿਰ ਫਿਰ ਗਿਆ ਵੀ ਤੁਹਾਡਾ ਨਾਲੇ ਇਸਲਾਮ ਅਤੇ ਹਜ਼ਰਤ ਮੁਹੰਮਦ ਆਂਦਾ ਵੀ ਅੱਲਾ ਤਾਂ ਕਣ ਕਣ 'ਚ ਵਸਿਆ ਹੋਇਆ, ਅਤੇ ਤੁਸੀਂ ਅੱਲਾ ਨੂੰ ਮੱਕੇ 'ਚ ਕੈਦ ਕੀਤਾ ਹੋਇਆ। ਇਹਦਾ ਜਵਾਬ ਹੀ ਕੋਈ ਨਹੀਂ ਸੀ। ਸਿਰ ਘੁੰਮ ਗਿਆ। ਹਰ ਗੱਲ ਨੂੰ ਤਰੀਕੇ ਨਾਲ ਕੱਟਿਆ, ਅਪਣਾਇਆ। ਸਿੱਖ ਧਰਮ 'ਚ ਇਸਲਾਮ ਦਾ ਇੱਕ ਅੱਲਾ, ਇੱਕ ਈਸ਼ਵਰਵਾਦ ਦੀ ਗੱਲ ਆ, ਉਹ ਸਾਡੇ ਸਿੱਖੀ 'ਚ ਵੀ ਆ। ਕੁਝ ਗੱਲਾਂ ਚੰਗੀਆਂ ਲਈਆਂ ਵੀ। ਮੁਸਲਮਾਨਾਂ ਦੇ ਯਾ ਅੱਲਾ ਇল্ਲਾ ਮੁਹੰਮਦ ਰਸੂਲ ਅੱਲਾ, ਵੀ ਦੁਨੀਆ ਦੇ ਉੱਤੇ ਮੁਹੰਮਦ ਆਖਰੀ ਰਸੂਲ ਆ, ਪੈਗੰਬਰ ਆ, ਹੋਰ ਕੋਈ ਨਹੀਂ ਗਾ। ਪਰ ਗੁਰੂ ਸਾਹਿਬ ਨੇ ਇਹ ਗੱਲ ਨਹੀਂ ਮੰਨੀ। ਉਹਨਾਂ ਆਪਣਾ ਗੁਰੂ ਥਾਪਿਆ ਅੱਗੇ, ਗੁਰੂ ਪਰੰਪਰਾ ਅੱਗੇ ਚੱਲੀ ਆ ਵੀ ਗਿਆਨ ਕਿਸੇ ਇੱਕ ਬੰਦੇ ਤੱਕ, ਭਾਵੇਂ ਉਹ ਗੁਰੂ ਨਾਨਕ ਹੀ ਹੋਵੇ, ਉਹਦੇ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਇਹ ਅੱਗੇ ਚੱਲਦਾ ਪ੍ਰਵਾਹ ਵਾਂਗ ਰਹਿਣਾ ਚਾਹੀਦਾ। ਜਦੋਂ ਭਾਈ ਲਹਿਣਾ ਜੀ ਨੂੰ, ਜਿਨ੍ਹਾਂ ਨੂੰ ਆਪਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਆ, ਉਹਨਾਂ ਨੂੰ ਆਪਦੀ ਉਹ ਸਾਰੀ ਜਿਹੜੀ ਉਹਨਾਂ ਦੇ ਬਸਤੇ ਦੇ ਵਿੱਚ ਬਾਣੀ ਸੀ ਉਹ ਵੀ ਦੇ ਗਏ, ਰਹਿਤ ਮਰਿਆਦਾ, ਕਿਉਂਕਿ ਭਾਈ ਲਹਿਣਾ ਜੀ ਨੇ ਬਹੁਤ ਸਮਾਂ ਉਹਨਾਂ ਕੋਲ ਸੇਵਾ ਕੀਤੀ, ਉਹ ਰਹਿਤ ਮਰਿਆਦਾ ਤੋਂ ਵੀ ਜਾਣੂ ਹੋ ਗਏ। ਇਸ ਤਰ੍ਹਾਂ ਮੇਰੀ ਆਪਣੀ ਸਮਝ ਆ, ਗੁਰੂ ਸਾਹਿਬ ਨੇ ਸਿੱਧਾ ਜੋਗੀਆਂ ਤੋਂ, ਬ੍ਰਾਹਮਣਾਂ ਪੰਡਤਾਂ ਤੋਂ, ਸੂਫੀਆਂ ਤੋਂ, ਕਿਉਂਕਿ ਸੂਫੀ ਮੱਤ ਸੀ ਜਿਹੜਾ ਇਸਲਾਮ ਦੀ ਕੱਟੜਤਾ ਦੇ ਉਲਟ ਬੰਦੇ ਦੀ ਸਹਿਣਸ਼ੀਲਤਾ, ਪ੍ਰੇਮ ਅਤੇ ਜਿਹੜੇ ਮੌਜ ਮੇਲੇ ਸੀ ਉਹਦਾ ਵਿਰੋਧ ਕਰ ਰਿਹਾ ਸੀ ਬੜੇ ਤਰੀਕੇ ਨਾਲ। ਕਿਉਂਕਿ ਜਿਹੜਾ ਧਰਮ ਦੀ ਸੱਤਾ ਹੋਵੇ ਅਤੇ ਉਸ ਧਰਮ ਦੇ ਮੋਰਚੇ 'ਚ ਉਹਦਾ ਵਿਰੋਧ ਕਰਨਾ ਬੜਾ ਔਖਾ ਹੋ ਜਾਂਦਾ। ਸੂਫੀਆਂ ਲਈ ਬੜੀ ਔਖੀ ਗੱਲ ਸੀ। ਪਰ ਉਹਨਾਂ ਨੇ ਆਮ ਮਨੁੱਖ ਦੀ ਫਕੀਰੀ ਦੇ ਪੈਂਤੜੇ ਤੋਂ ਇਸਲਾਮ ਅੱਗੇ ਨਵੀਂ ਇੱਕ ਸ਼ਾਖਾ ਰੱਖੀ
ਵੀ ਜੀਵਨ ਅਸਲ 'ਚ ਇਸ ਤਰ੍ਹਾਂ ਜੀਆ ਜਾ ਸਕਦਾ ਹੈ, ਜਿਹਦੇ 'ਚ ਪ੍ਰੇਮ ਵੀ ਹੋਵੇ, ਸਾਦਗੀ ਵੀ ਹੋਵੇ, ਫਕੀਰੀ ਵੀ ਹੋਵੇ, ਸਾਂਝ ਵੀ ਹੋਵੇ। ਗੁਰੂ ਸਾਹਿਬ ਨੇ ਬਹੁਤ ਸਾਰੀ ਗੱਲ ਜਿਹੜੀ ਉਹਨਾਂ ਨੂੰ ਸੂਫੀਵਾਦ ਦੀ ਵੀ ਪ੍ਰਭਾਵਿਤ ਕਰਦੀ ਹੈ, ਜਿਹੜੀ ਸਾਂਝ ਅਤੇ ਫਕੀਰੀ ਦੀ। ਉੱਥੇ ਵੀ ਸੂਫੀਆਂ ਦੇ ਵੀ ਮਤਲਬ ਜਿਹੜੇ ਮੱਠ ਸੀ, ਜਿਹੜੇ ਉਹਨਾਂ ਦੇ ਸਥਾਨ ਸੀ, ਉੱਥੇ ਵੀ ਲੰਗਰ ਚੱਲਦੇ ਸੀ, ਉੱਥੇ ਵੀ ਲੋਹ ਲੰਗਰ ਚੱਲਦੇ ਸੀ। ਗੁਰੂ ਸਾਹਿਬ ਨੇ ਵੀ ਲੋਹ ਲੰਗਰ ਚਲਾਏ। ਬਹੁਤ ਸੰਵਾਦ ਇਹ ਨਹੀਂ ਹੁੰਦਾ ਵੀ ਅਗਲੇ ਦੀ ਗੱਲ 'ਤੇ ਕਾਂਟਾ ਮਾਰ ਦਿਓ। ਸੰਵਾਦ ਇਹ ਹੁੰਦਾ ਆ ਵੀ ਉਹਦੇ 'ਚੋਂ ਕਿਹੜੀ ਗੱਲ ਤੁਹਾਨੂੰ ਠੀਕ ਲੱਗਦੀ ਤੁਸੀਂ ਲੈ ਲਈ, ਕਿਹੜੀ ਗੱਲ ਆਪੇ ਨਹੀਂ ਰੱਖਦੀ, ਉਹ ਤੁਹਾਡੀ ਗੱਲ ਤਦ ਹੀ ਕਰੜੀ ਹੋ ਜਾਂਦੀ, ਤਕੜੀ ਹੋ ਜਾਂਦੀ। ਕਦਾ ਵੀ ਕੋਈ ਚੀਜ਼ ਬਿਲਕੁਲ ਪਹਿਲੇ ਤੇ ਮੂਲੋਂ ਕਾਂਟਾ ਮਾਰ ਕੇ ਅੱਗੇ ਨਹੀਂ ਵਧੀ। ਉਹ ਹਮੇਸ਼ਾ ਹੀ ਟਰਡੀਸ਼ਨ ਨੂੰ, ਆਪਣੀ ਪਰੰਪਰਾ ਦੀਆਂ ਗੁਣ ਵਾਲੀਆਂ ਗੱਲਾਂ ਨੂੰ ਲੈ ਕੇ ਅੱਗੇ ਚਲਦੀ ਰਹੀ ਆ। ਅਤੇ ਜਿਹੜੀਆਂ ਗੱਲਾਂ ਉਸ ਵੇਲੇ ਪਿਛਾਕੜੀ ਹੋ ਗਈਆਂ, ਆਮ ਬੰਦੇ ਨੂੰ, ਕਿਰਤੀ ਬੰਦੇ ਨੂੰ, ਮਤਲਬ ਜਿਹੜੀਆਂ ਉਸ ਵੇਲੇ ਬੜਾ ਥੱਲੇ ਰੱਖਿਆ ਜਾਂਦਾ ਸੀ, ਬੜਾ ਉਹਨੂੰ ਮਤਲਬ ਉਹਦਾ ਜੀਵਨ ਇੱਕ ਕਿਸਮ ਦਾ ਦੁੱਭਰ ਸੀ। ਪਰ ਗੁਰੂ ਨਾਨਕ ਦੇਵ ਜੀ 1507 'ਚ ਜਦੋਂ ਪਹਿਲਾਂ ਤੁਰਦੇ ਨੇ ਆਪਦੇ ਘਰੋਂ, ਅਤੇ ਭਾਈ ਲਾਲੋ ਦੇ ਘਰ ਠਹਿਰਦੇ ਆ, ਅਤੇ ਮੁਸਲਮਾਨ ਜਾਤ ਡੂਮ ਮਰਾਸੀ ਦੇ ਭਾਈ ਮਰਦਾਨਾ ਨੂੰ ਨਾਲ ਲੈ ਕੇ ਤੁਰਦੇ ਆ। ਦੱਸੋ ਇਹ ਮਾਡਲ ਹੈ ਕਿਤੇ ਦੁਨੀਆ 'ਤੇ ਇਹੋ ਜਿਹਾ ਮਾਡਲ ਵੀ ਇੱਕ ਮੁਸਲਮਾਨ ਉਸ ਜਾਤ ਦੇ ਵਿੱਚੋਂ ਜਿਹਨੂੰ ਸਭ ਤੋਂ ਨੀਵਾਂ ਸਮਝਿਆ ਜਾਂਦਾ ਹੈ, ਉਹਦੇ ਨਾਲ ਰੋਟੀ ਦੀ ਸਾਂਝ ਆ, ਉਹਨੂੰ ਨਾਲ ਲੈ ਲਿਆ ਘਰੋਂ, ਅਤੇ ਸਭ ਤੋਂ ਪਹਿਲਾਂ ਕਿਰਤੀ ਦੇ ਘਰ ਠਹਿਰੇ। ਅੱਜ ਅਸੀਂ ਵਾਲੀਆ ਸਾਹਿਬ ਗਏ, ਗੱਲ ਕਰਕੇ ਗਏ ਆ ਵੀ ਜਿਹੜਾ ਗੁਰੂ ਸਾਹਿਬ ਸਾਨੂੰ ਹੱਥੀਂ ਸਾਰਾ ਕੁਝ ਦੇ ਗਏ, ਆਪ ਮਾਡਲ ਦੇ ਗਏ, ਅਸੀਂ ਉਹਨਾਂ ਮਾਡਲਾਂ ਤੋਂ ਵੀ ਟੁੱਟ ਰਹੇ ਹਾਂ। ਅਤੇ ਜਿਹੜੀਆਂ ਸਮੱਸਿਆਵਾਂ, ਭਾਵੇਂ ਸੋਸ਼ਲਿਜ਼ਮ, ਭਾਵੇਂ ਕੈਪੀਟਲਿਜ਼ਮ, ਇੱਕੋ ਹੀ ਗੱਲ ਇਹਨਾਂ ਸਾਰੇ ਸਿਸਟਮਾਂ 'ਚੋਂ ਅੱਗੇ ਆ ਕੇ ਮੁੱਕਦੀ ਆ ਵੀ ਜੇ ਬੰਦੇ ਦੀ ਮਾਨਸਿਕ ਸੰਤੁਸ਼ਟੀ ਨਹੀਂ, ਤੁਸੀਂ ਲਿਵ ਐਂਡ ਲੈਟ ਲਿਵ ਦੇ ਮੁਤਾਬਕ ਨਹੀਂ ਚੱਲਦੇ, ਜੀਓ ਔਰ ਜੀਣੇ ਦਿਓ, ਅਤੇ ਤੁਸੀਂ ਸਮਾਜ 'ਚ ਸੁੱਖ ਸ਼ਾਂਤੀ ਕਾਇਮ ਨਹੀਂ ਕਰ ਸਕਦੇ। ਅਤੇ ਤੁਹਾਡਾ ਬੇਟੇ ਧਿਆਨ ਰੱਖਣ ਵਾਲੀ ਗੱਲ ਆ, ਮੈਂ ਬੇਝਿਜਕ ਕਈ ਗੱਲਾਂ ਕਹਿ ਦਿੰਦਾ ਹੁੰਦਾ। ਅੱਜ ਗੁਰੂ ਨਾਨਕ ਦੇ ਵਾਰਸ ਸੱਤਾਧਾਰੀ ਕਾਬਜ ਉਹ ਬਣੇ ਹੋਏ ਆ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਚੈਲੰਜ ਕੀਤਾ ਸੀ। ਅੱਜ ਗੁਰੂ ਨਾਨਕ ਦੀ ਬਾਣੀ ਤੇ ਰਾਹ ਉਹਨਾਂ ਦੀ ਸੱਤਾ ਦੀ ਪੌੜੀ ਵਾਂਗ ਵਰਤ ਰਹੇ। ਇਹ ਤੁਸੀਂ ਲੋਕ ਜੇ, ਤੁਸੀਂ ਵੇਖਣਾ ਵੀ ਗੁਰੂ ਨਾਨਕ ਦੇਵ ਜੀ ਦਾ ਅਸਲ ਮਕਸਦ ਕੀ ਸੀ। ਅਤੇ ਅਸੀਂ ਤਾਂ ਇਸ ਗੱਲ ਤੋਂ ਲੜੀ ਜਾਣ ਡਏ ਹਾਂ, ਸ਼੍ਰੋਮਣੀ ਕਮੇਟੀ ਹੋਵੇ, ਸਰਕਾਰ, ਵੀ ਜਿਹੜੀ ਸਟੇਜ 'ਤੇ ਬਹਿਣਾ ਕਿੰਨੇ ਕਿੰਨੇ ਆ। ਗੁਰੂ ਨਾਨਕ ਦੀ ਸੰਗਤ 'ਚ ਤਾਂ ਅਕਬਰ ਵੀ ਆ ਕੇ ਗੁਰੂ ਅਮਰਦਾਸ ਦੇ ਲੰਗਰ 'ਚ ਬਹਿ ਗਿਆ ਥੱਲੇ। ਅਤੇ ਅਸੀਂ ਸ਼ਤਾਬਦੀ ਮਨਾਉਣੇ। ਹਰਸਿਮਰਨ ਸਿੰਘ ਜੀ ਗੱਲ ਕਰ ਰਹੇ ਸੀ ਵੀ ਸ਼ਤਾਬਦੀ ਦਾ ਅਸਲ ਮਤਲਬ ਆ ਵੀ ਆਪਣੇ ਮਨੋ ਮਸਤਕ ਨੂੰ ਅਸੀਂ ਗੁਰੂ ਸਾਹਿਬ ਦੇ ਕਿੰਨਾ ਨੇੜੇ ਲੈ ਕੇ ਜਾਣਾ। ਇਹ ਨਹੀਂ ਲੰਗਰ ਲੱਗੇ, ਕੀਰਤਨ ਹੋ ਗਏ, ਮਤਲਬ ਕਮੀਜ਼ ਝਾੜਿਆ ਗਏ ਘਰ ਨੂੰ। ਇਹ ਪੁੱਤਰ ਫੇਰ ਸੱਚੀ ਸ਼ਰਧਾਂਜਲੀ ਨਹੀਂ ਗੁਰੂ ਸਾਹਿਬ ਨੂੰ। ਮੈਂ ਵੀ ਵਾਲੀਆ ਸਾਹਿਬ ਦੀ ਉਮਰ ਦੇ ਬਰਾਬਰ ਹੀ ਹਾਂ। ਮੈਨੂੰ 500 ਸਾਲਾਂ ਦਾ 10 ਸਾਲ ਦਾ ਸੀ, ਸੰਤ ਕਰਤਾਰ ਸਿੰਘ ਮਹਿਤਾ ਚੌਂਕ ਭਿੰਡਰਾਂ ਵਾਲਿਆਂ ਨੇ ਮਖੇਮ ਕਰਨ ਤੋਂ ਨਗਰ ਕੀਰਤਨ ਸ਼ੁਰੂ ਕੀਤਾ ਸੀ। ਸਾਡਾ ਘਰਿਆਲਾ ਪਿੰਡ, ਮੈਂ 12 ਕਿਲੋਮੀਟਰ ਪੱਟੀ ਤੁਰ ਕੇ ਆਇਆ ਸੀ। ਫਿਰ ਅਸੀਂ ਗੱਡੀ 'ਤੇ ਚੜ੍ਹ ਕੇ ਵਾਪਸ ਚਲੇ ਗਏ। ਜਿਹੜੀ ਮੈਂ ਬੱਚਿਆਂ ਨੂੰ ਗੱਲ ਕਹਿਣੀ ਆ, ਬੇਟੇ ਉਸ ਨਗਰ ਕੀਰਤਨ ਨੇ ਇੰਨੀ ਜਾਗਰਤੀ ਪੈਦਾ ਕੀਤੀ, ਕਿਸੇ ਸਰਕਾਰ ਨੇ ਮੰਗ ਨਹੀਂ ਸੀ ਕੀਤੀ। ਉਦੋਂ ਗਵਰਨਰ ਦਾ ਰਾਜ ਸੀ ਇੱਥੇ, ਕਿਸੇ ਪੋਲੀਟੀਕਲ ਬੰਦੇ ਮੰਗ ਨਹੀਂ ਸੀ ਕੀਤੀ। ਇਹ ਲੋਕਾਂ ਦੀ ਜਾਗਰਤੀ ਸੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਸੀ। ਇਹ ਲੋਕ ਹੀ ਸੀ। ਪੰਜਾਬ ਯੂਨੀਵਰਸਿਟੀ ਵਾਲਿਆਂ ਨੂੰ ਅੱਜ ਪਤਾ ਨਹੀਂ, ਪਤਾ ਹੋਵੇ ਕਿ ਨਾ ਹੋਵੇ, ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਬਣੀ ਸੀ ਉਹ ਸਿੱਖ ਰਹੀਸਾਂ ਦੀ ਡੋਨੇਸ਼ਨ ਨਾਲ ਬਣੀ ਸੀ। ਉਹ ਗੁਰੂ ਨਾਨਕ ਦੇ ਨਾਮ ਲੇਵਾ ਦੀ ਡੋਨੇਸ਼ਨ ਨਾਲ ਬਣੀ ਸੀ। ਖਾਲਸਾ ਕਾਲਜ ਵੀ ਪੂਰੀ ਕੌਮ ਦੀ ਟਕਾ ਟਕਾ ਉੱਤੇ ਸੈਸ ਲੱਗ ਕੇ ਬਣਿਆ ਹੋਇਆ। ਜਿਹੜੀਆਂ ਮਹਾਨ ਚੀਜ਼ਾਂ ਹੁੰਦੀਆਂ ਨੇ ਉਹਨਾਂ 'ਚ ਕਿਵੇਂ ਕੌਮਾਂ ਦਾ ਕਿਵੇਂ ਰੋਲ ਕਿਸ ਤਰ੍ਹਾਂ ਹੁੰਦਾ ਹੈ। ਮਤਲਬ ਕਹਿਣ ਦੀ ਉੱਤਰ ਗੱਲ ਇਹ ਆ ਵੀ ਤੁਹਾਡੇ ਲਈ ਦੋਹਰੇ ਚੈਲੰਜ ਨੇ।
ਇੱਕ ਪਾਸੇ ਗੁਰੂ ਸਾਹਿਬ ਦੀ ਬਾਣੀ ਆ, ਇੱਕ ਪਾਸੇ ਉਹਦਾ ਬਾਣੀ ਨੂੰ ਸੰਦੇਸ਼ ਅੱਗੇ ਲਿਜਾਣ ਵਾਲੇ ਕੌਣ, ਕਿਹੜੀਆਂ ਧਿਰਾਂ ਨੇ, ਤੇ ਤੁਸੀਂ ਕਿੱਥੇ ਖੜੇ ਹੋ। ਤੇ ਤੁਸੀਂ ਪੁੱਤਰ ਅਸਲ ਮਕਸਦ, ਮੈਂ ਜਿਹੜੀ ਗੱਲ ਕਹਿਣੀ ਸੀ, ਜਦੋਂ ਮੈਨੂੰ ਅੱਜ ਵੀ ਉਹ ਬੜੀ ਚੰਗੀ ਲੱਗੀ ਗੱਲ ਵੀ ਜਦੋਂ ਸ਼ਤਾਬਦੀ ਨਿਕਲੀ ਤੇ ਅਸੀਂ ਸੰਗਤੀ ਰੂਪ 'ਚ ਗਏ, ਇੰਨਾ ਮਤਲਬ ਲੋਕਾਂ ਦੇ ਵਿੱਚ ਜਾਗਰਤੀ ਆਈ। ਅੰਮ੍ਰਿਤਸਰ ਜ਼ਿਲ੍ਹੇ ਹੁਣ ਤਰਨਤਾਰਨ ਵਿੱਚ ਆ, 17 ਕਾਲਜ ਨਿਕਲੇ ਸੀ ਉਹਦੇ ਵਿੱਚੋਂ, ਕੀ ਖਡੂਰ ਸਾਹਿਬ, ਕੀ ਬਾਬਾ ਬੁੱਢਾ, ਕੀ ਸਰਿਆਲੀ, ਕੀ ਗੁਰੂ ਨਾਨਕ ਕਾਲਜ ਬਟਾਲਾ, ਇਹ ਈਵਨ ਫਗਵਾੜਾ, ਇੱਥੇ ਸੁਲਤਾਨਪੁਰ ਲੋਧੀ, ਇਹ ਸਾਰੇ ਉਹ ਸ਼ਤਾਬਦੀ 'ਚੋਂ ਨਿਕਲੇ ਹੋਏ ਆ। ਅੱਜ ਅਸੀਂ ਸ਼ਤਾਬਦੀ 'ਚੋਂ ਕੀ ਕੱਢਣਾ, ਇਹ ਸੋਚਣ ਵਾਲੀ ਗੱਲ ਹੈ। ਅਤੇ ਤੁਸੀਂ ਪੁੱਤਰ, ਅਸੀਂ ਜਿਹੜੇ ਸਟੇਜ 'ਤੇ ਬੈਠੇ ਹਾਂ, ਅਸੀਂ ਤਾਂ ਅਗਲੀ ਸ਼ਤਾਬਦੀ ਤੱਕ ਨਹੀਂ ਹੋਣਾ, ਤੁਸੀਂ ਹੋਣਾ ਹੈ। ਦੋ ਪੋਤਰੇ ਦੋਤੇ ਦੇ ਰੂਪ, ਮਤਲਬ ਤੁਹਾਡੀ ਦਾਦੇ ਨਾਨੇ ਦੇ ਰੂਪ 'ਚ 50 ਸਾਲ ਬਾਅਦ। ਅਤੇ ਤੁਸੀਂ ਪੁੱਤਰ ਉਦੋਂ ਸੋਚਣਾ ਹੈ ਵੀ ਜਦੋਂ 550 ਸਾਲਾਂ ਮਨਾਈ ਗਈ ਸੀ, ਅਸੀਂ ਕੀ ਰੋਲ ਪਲੇ ਕੀਤਾ। ਸਾਨੂੰ ਜਿਵੇਂ ਅੱਜ ਲੱਗਦਾ ਵੀ ਅਸੀਂ 10 ਸਾਲ ਦੇ, ਸਾਨੂੰ ਸਮਝ ਨਹੀਂ ਸੀ ਕੀ ਰੋਲ ਪਲੇ ਕੀਤਾ। ਤੁਹਾਨੂੰ 50 ਸਾਲਾਂ ਬਾਅਦ ਜਦੋਂ 600 ਸਾਲ ਮਨਾਈ ਜਾਏਗੀ, ਤੁਹਾਨੂੰ ਆਹ ਦਿਨ ਯਾਦ ਰਹੇਗਾ। ਜਿਹੜੇ ਮੇਰੇ ਵਿਦਿਆਰਥੀ ਬੱਚੇ ਬੈਠੇ ਨੇ ਵੀ ਅਸੀਂ 550 ਸਾਲਾ ਕਾਲਜ ਦੇ ਇਤਿਹਾਸ 'ਚ ਮਨਾਈ ਗਈ ਸੀ, ਉੱਥੇ ਭਾਈ ਸਿਮਰਨ ਸਿੰਘ ਜੀ ਨੇ ਆਹ ਕੁਛ ਬੋਲਿਆ, ਵਰਿੰਦਰ ਸਿੰਘ ਵਾਲੀਆ ਨੇ ਆਹ ਕੁਝ ਸਾਨੂੰ ਸੰਵਾਦ ਆਹ ਕੁਝ ਦੱਸਿਆ, ਅਤੇ ਉਹਦੇ 'ਚੋਂ ਅਲਟੀਮੇਟਲੀ ਉਹ ਤੁਸੀਂ ਇਤਿਹਾਸ ਕੌਮ ਨੇ ਫੈਸਲਾ ਕਰਨਾ ਵੀ ਇਹਦੇ 'ਚੋਂ ਨਿਕਲਣਾ ਕੀ ਹੈ। ਔਰ ਤੁਸੀਂ ਫਿਰ ਅੱਗੇ 600 ਸਾਲ, ਜਿਹੜੀ 600 ਸਾਲਾ ਸ਼ਤਾਬਦੀ ਹੋਏਗੀ 50 ਸਾਲ ਬਾਅਦ, ਉਦੋਂ ਤੱਕ ਕਿਸ ਤਰ੍ਹਾਂ ਦੀ ਆਪਦੀ ਜੀਵਨ ਜਾਂਚ 'ਤੇ ਜ਼ੋਰ ਦੇਣਾ। ਤੁਸੀਂ ਅਸਲ ਅੰਬੈਸਡਰ ਹੋ ਕਾਲਜ ਦੇ, ਗੁਰੂ ਸਾਹਿਬ ਦੀ ਬਾਣੀ ਦੇ, ਗੁਰੂ ਸਾਹਿਬ ਦੇ ਸੁਨੇਹੇ ਦੇ। ਅਤੇ ਇਸ ਕਰਕੇ ਬੱਚਿਓ, ਇਸ ਦਿਨਾਂ ਨੂੰ, ਇਹਨਾਂ ਨੂੰ, ਇਹੋ ਜਿਹੇ ਸੈਮੀਨਾਰਾਂ ਨੂੰ ਬਹੁਤ ਧਿਆਨ ਨਾਲ ਲਓ। ਇਹ ਕੋਈ ਆਮ ਕਲਾਸਰੂਮ ਸਟੱਡੀ ਨਹੀਂ ਹੁੰਦੀ। ਕਲਾਸਰੂਮ ਸਟੱਡੀ ਬੇਟੇ ਹੁੰਦੀ ਆ ਪੇਪਰ ਪਾਸ ਕਰਨ ਲਈ, ਪਰ ਜੀਵਨ ਕੇਵਲ ਡਿਗਰੀ ਨਾਲ ਪਾਸ ਨਹੀਂ ਹੁੰਦਾ, ਕੇਵਲ ਇਮਤਿਹਾਨ, ਕੇਵਲ ਸਿਲੇਬਸ ਪਾਸ ਕਰਨ ਨਾਲ ਨਹੀਂ ਹੁੰਦਾ। ਜੀਵਨ ਪਾਸ ਹੁੰਦਾ ਹੈ ਆਪਦੇ ਵੈਲਿਊ ਸਿਸਟਮ ਨਾਲ, ਉੱਚੇ ਸੁੱਚੇ ਮੁੱਲਾਂ ਨਾਲ। ਨਹੀਂ ਤੇ ਡਿਗਰੀਆਂ ਇੱਥੇ